ਗੁਰਮੁਖ ਸਿੰਘ ਨੇ ਕੱਲ ਜੋ ਪ੍ਰੈਸ ਨੋਟ ਜਾਰੀ ਕੀਤਾ, ਜਦੋਂ ਪ੍ਰੈਸ ਨੋਟ ਹੁੰਦਾ ਮੈਨੂੰ ਲੱਗਾ ਕਿ ਉਹ ਪ੍ਰੈਸ ਨੋਟ ਅਧੂਰਾ, ਕਿ ਸ਼੍ਰੋਮਣੀ ਕਮੇਟੀ ਦੇ ਨਾਲ ਤੁਹਾਡਾ ਝਗੜਾ ਕੀ ਹੈ ਜੀ। ਸ਼੍ਰੋਮਣੀ ਕਮੇਟੀ ਨੇ ਤੁਹਾਨੂੰ ਚਾਰਜ ਸ਼ੀਟ ਕੀ ਕੀਤੀ ਤੇ ਤੁਸੀਂ ਉਸ ਚਾਰਜ ਸ਼ੀਟ ਦਾ ਜਵਾਬ ਜੋ ਲਿਖਤੀ ਦਿੱਤਾ ਉਹਦੀ ਕਾਪੀ ਦਿਓ। ਨਾਮ ਬਹੁਤ ਨੇ, ਉਹ ਸ਼੍ਰੋਮਣੀ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਪੀਏ ਨੂੰ ਸਿੱਧੇ ਲੈਂਦਾ ਪਿਆ ਜੀ। ਉਹ ਕਹਿੰਦਾ ਕਿ ਜਦੋਂ ਆ ਗਈ ਜਾਂਚ ਹੋ ਗਈ ਉੱਪਰ ਚਲੇ ਗਿਆ ਸਾਰਾ ਕੁਝ, ਫਿਰ ਕਹਿੰਦਾ ਜ਼ਿੰਮੇਵਾਰੀ ਕਿਹਨਾਂ ਦੀ ਸੀ। ਗੁਰਮੁਖ ਸਿੰਘ ਕਿਉਂਕਿ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਹੈ, ਕਹਿੰਦਾ ਤੁਹਾਨੂੰ ਪਤਾ ਸਾਡੇ ਸਰਵਿਸ ਸਲਾਹ ਕੀ ਕਹਿੰਦੇ ਨੇ, ਕਿ ਸ਼੍ਰੋਮਣੀ ਕਮੇਟੀ ਦੇ ਸਰਵਿਸ ਸਲਾਹ ਕਹਿੰਦੇ ਨੇ ਕੋਈ ਵੀ ਮੁਲਾਜ਼ਮ ਆਪਣੇ ਸੀਨੀਅਰ ਅਧਿਕਾਰੀ ਨੂੰ ਬਾਈਪਾਸ ਕਰਕੇ ਸਿੱਧਾ ਪ੍ਰਧਾਨ ਕੋਲ ਨਹੀਂ ਜਾ ਸਕਦਾ। ਕਹਿੰਦਾ ਮੈਂ ਦੋਸ਼ੀ ਕਿੱਥੋਂ ਆ, ਕਹਿੰਦਾ ਮੈਂ ਦੋਸ਼ੀ ਕਿੱਥੋਂ ਕੀ, ਕਹਿੰਦਾ ਜਦੋਂ ਇਹ ਸਾਰਾ ਭਾਣਾ ਵਰਤਦਾ ਪਿਆ 328 ਸਰੂਪਾਂ ਦਾ, ਕਹਿੰਦਾ 267 61 ਉਹ ਜੋ ਕੁਝ ਤੁਸੀਂ ਕੀਤਾ ਮੈਨੂੰ ਨਹੀਂ ਪਤਾ। ਮੈਂ ਕਿਹਾ ਜੀ ਤੁਹਾਨੂੰ ਕਿਉਂ ਨਹੀਂ ਪਤਾ? ਕਹਿੰਦਾ ਸਾਰਾ ਮਸਲਾ 2015 ਤੋਂ ਸ਼ੁਰੂ ਹੋ ਕੇ 2018 ਤੱਕ ਆਉਂਦਾ, 328 ਸਰੂਪ ਬਣ ਜਾਂਦੇ। ਉਸ ਬੰਦੇ ਦੇ ਉੱਪਰ ਐਲੀਗੇਸ਼ਨ ਲੱਗ ਜਾਣੇ, ਉਸ ਨੂੰ ਜੁਰਮਾਨਾ ਲੱਗ ਜਾਣਾ, ਜਿਹੜਾ ਬੰਦਾ 2019 ਚ ਆ ਰਿਹਾ ਹੈ, ਇਹ ਕਿੰਨੀ ਕੁ ਵੱਡਾ ਜਿਹੜਾ ਹੈ ਘਪਲਾ ਜਿਹਨੂੰ ਦਿਖਾ ਰਿਹਾ ਹੈ। ਜਿਹੜਾ ਨਾਂ ਜੁਝਾਰ ਸਿੰਘ ਹੈ, ਉਹਦੀ ਇੱਕ ਰਿਪੋਰਟ ਸਾਹਮਣੇ ਆ ਚੁੱਕੀ ਸੀ, ਬਕਾਇਦਾ ਤੈਅ ਹੋ ਚੁੱਕਾ ਸੀ ਕਿ ਦੋ ਸ਼ਖਸ ਕਵਲਜੀਤ ਸਿੰਘ ਤੇ ਬਾਜ ਸਿੰਘ, ਇਹਨਾਂ ਨੇ ਬਕਾਇਦਾ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸੰਗਤਾਂ ਨੂੰ ਦੇ ਦਿੱਤੇ, ਮਾਇਆ ਆਪਣੇ ਕੋਲ ਰੱਖ ਲਈ, ਮਾਇਆ ਜਮ੍ਹਾਂ ਨਹੀਂ ਕਰਨੀ। ਇਹ ਦੋਸ਼ੀ ਨੇ। ਕਹਿੰਦਾ ਜਦੋਂ ਸਾਹਮਣੇ ਆ ਚੁੱਕਾ ਸੀ ਕਿ ਦੋਸ਼ੀ ਨੇ, ਕਿ ਉਸ ਟਾਈਮ ਦੇ ਚੀਫ ਅਕਾਊਂਟੈਂਟ ਇੰਦਰਪਾਲ ਸਿੰਘ ਕਹਿੰਦਾ ਆਪਣੀ ਰਿਪੋਰਟ 'ਚ ਲਿਖਦੇ ਨੇ ਕਿ ਇਹ ਦੋਨੇ ਬੰਦੇ ਕਿਸੇ ਅਹੁਦੇ 'ਤੇ ਨਹੀਂ ਰਹਿਣੇ ਚਾਹੀਦੇ ਜ਼ਿੰਮੇਵਾਰੀ ਦੇ, ਕਿ ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਦਾ ਪੀਏ ਆ ਉਹ ਓਵਰਆਲ ਸਾਰੇ ਹੀ ਮਹਿਕਮਿਆਂ ਦਾ ਮੁਖੀ ਮੰਨਿਆ ਜਾਂਦਾ। ਪ੍ਰਧਾਨ ਕੋਲ ਜਾਣ ਵਾਲੀ ਹਰ ਫਾਈਲ ਉਹਦੇ ਰਾਹੀਂ ਜਾਂਦੀ ਹੈ, ਉਹੀ ਫਲਾਈਂਗ ਸਕਾਡ ਦਾ ਇੰਚਾਰਜ ਹੁੰਦਾ। ਤੇ ਕਹਿੰਦਾ ਇਹ ਪੁੱਛ ਲਓ ਕਿ 2019 ਦੇ ਵਿੱਚ ਫਲਾਈਂਗ ਸਕਾਡ ਦਾ ਇੰਚਾਰਜ ਕੌਣ ਸੀ, ਫਿਰ ਸਕੱਤਰ ਇੰਚਾਰਜ ਕੌਣ ਸੀ। ਕਹਿੰਦਾ ਮੇਰੇ ਵੱਲ ਨਾ ਆਓ। 328 ਸਰੂਪਾਂ ਦੇ ਮਾਮਲੇ ਦੇ ਵਿੱਚ ਜਿਸ ਦੇ ਉੱਪਰ 5 ਲੱਖ ਦਾ ਜੁਰਮਾਨਾ ਲੱਗਿਆ ਹੈ, ਗੁਰਮੁਖ ਸਿੰਘ ਉਸ ਦਾ ਕੀ ਕਹਿਣਾ ਆ? ਕਿਉਂਕਿ ਇੱਕ ਸਬ ਕਮੇਟੀ ਬਣੀ ਹੈ ਐਸਜੀਪੀਸੀ ਦੀ, ਜਿਸ ਨੇ 5 ਲੱਖ ਰੁਪਏ ਜੁਰਮਾਨਾ ਲਗਾ ਦਿੱਤਾ ਹੈ, ਪਰ ਜਿਸ ਤੇ ਜੁਰਮਾਨਾ ਲੱਗਿਆ ਹੈ ਉਸ ਦਾ ਵੀ ਬਕਾਇਦਾ ਬਿਆਨ ਜਿਹੜਾ ਉਹ ਜਾਰੀ ਹੋਇਆ। ਉਹਨੇ ਕਿਹਾ ਕਿ 5 ਲੱਖ ਰੁਪਏ ਜੁਰਮਾਨਾ ਲਾਤਾ, ਮੈਂ ਭੁਗਤਣ ਲਈ ਤਿਆਰ ਹਾਂ, ਪਰ ਕੁਝ ਖਾਸ ਅਹਿਮ ਗੱਲਾਂ ਵੀ ਉਸਨੇ ਖੁਲਾਸੇ ਕੀਤੇ ਨੇ। ਉਹ ਖੁਲਾਸੇ ਕੀ ਨੇ? ਸਾਡੇ ਨਾਲ ਮੌਜੂਦ ਨੇ ਪੱਤਰਕਾਰ ਨਰਿੰਦਰਪਾਲ ਸਿੰਘ ਹੋਣੀ, ਉਹਨਾਂ ਤੋਂ ਹੀ ਜਾਣਦੇ ਹਾਂ। ਸਭ ਤੋਂ ਪਹਿਲਾਂ ਤਾਂ ਸਰ ਤੁਹਾਡਾ KTV ਤੇ ਬਹੁਤ-ਬਹੁਤ ਸਵਾਗਤ ਹੈ, ਤੇ ਨਾਲ ਦੀ ਨਾਲ ਹੀ ਆਪਾਂ ਗੱਲ ਗੁਰਮੁਖ ਸਿੰਘ ਹੋਣਾ ਦੀ ਵੀ ਕਰਨੀ। ਦੇਖੋ, ਪਹਿਲੀ ਗੱਲ ਤੇ ਹੈ ਕਿ ਗੁਰਮੁਖ ਸਿੰਘ ਨੇ ਕੱਲ ਜੋ ਪ੍ਰੈਸ ਨੋਟ ਜਾਰੀ ਕੀਤਾ, ਜਦੋਂ ਪ੍ਰੈਸ ਨੋਟ ਹੁੰਦਾ ਮੈਨੂੰ ਲੱਗਾ ਕਿ ਉਹ ਪ੍ਰੈਸ ਨੋਟ ਅਧੂਰਾ ਜੀ। ਅੱਜ ਉਹਨੂੰ ਮੈਂ ਸਿਰਫ ਇੱਕ ਗੱਲ, ਦੋ ਸਵਾਲ ਕੀਤੇ ਸੀ। ਮੈਂ ਕਿਹਾ ਕਿ ਮੈਂ ਤੇਰੀ ਇਸ ਅਧੂਰੀ ਜਾਣਕਾਰੀ ਦੇ ਨਾਲ ਸੰਤੁਸ਼ਟ ਨਹੀਂ ਹਾਂ। ਜੀ। ਪਹਿਲੀ ਗੱਲ ਤੇ ਹੈ ਕਿ ਤੁਸੀਂ ਇਹ ਸਪਸ਼ਟ ਕਰੋ ਕਿ ਸ਼੍ਰੋਮਣੀ ਕਮੇਟੀ ਦੇ ਨਾਲ ਤੁਹਾਡਾ ਝਗੜਾ ਕੀ ਹੈ। ਜੀ। ਸ਼੍ਰੋਮਣੀ ਕਮੇਟੀ ਨੇ ਤੁਹਾਨੂੰ ਚਾਰਜ ਸ਼ੀਟ ਕੀ ਕੀਤੀ ਤੇ ਤੁਸੀਂ ਉਸ ਚਾਰਜ ਸ਼ੀਟ ਦਾ ਜਵਾਬ ਜੋ ਲਿਖਤੀ ਦਿੱਤਾ ਉਹਦੀ ਕਾਪੀ ਦਿਓ। ਉਸ ਸ਼ਖਸ ਨੇ ਸਾਫ਼ ਕਿਹਾ, ਕਹਿੰਦਾ ਜੀ ਪਹਿਲਾਂ ਸਭ ਤੋਂ ਅਹਿਮ ਇਹ ਦੇਖੋ ਕਿ ਸਭ ਤੋਂ ਪਹਿਲਾਂ ਕਹਿੰਦਾ ਜਿਹੜੀ ਦੇਖਣ ਦੀ ਲੋੜ ਹੈ ਉਹ ਭਾਈ ਈਸ਼ਰ ਸਿੰਘ ਦੀ ਜਾਂਚ ਰਿਪੋਰਟ ਹੈ। ਉਹਦੇ ਵਿੱਚ ਇਹ ਲਿਖਿਆ ਕਿ ਇਹ ਸ਼ਖਸ ਨੇ ਬਾਰ-ਬਾਰ ਕਈ ਵਾਰ ਉੱਚ ਅਧਿਕਾਰੀਆਂ ਨੂੰ ਤਰੁੱਟੀਆਂ ਬਾਰੇ, ਖਾਮੀਆਂ ਬਾਰੇ ਯਾਦ ਕਰਾਇਆ, ਲੇਕਿਨ ਜਦੋਂ ਅਧਿਕਾਰੀਆਂ 'ਚ ਦੋ ਨਾਂ ਆਉਂਦੇ ਨੇ, ਨਾਮ ਬਹੁਤ ਨੇ, ਜੀ। ਉਹ ਸ਼੍ਰੋਮਣੀ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਪੀਏ ਨੂੰ ਸਿੱਧੇ ਲੈਂਦਾ ਪਿਆ ਜੀ। ਉਹ ਕਹਿੰਦਾ ਕਿ ਜਦੋਂ ਆ ਗਈ ਜਾਂਚ ਹੋ ਗਈ ਜੀ। ਉੱਪਰ ਚਲੇ ਗਿਆ ਸਾਰਾ ਕੁਝ, ਜੀ। ਫਿਰ ਕਹਿੰਦਾ ਜ਼ਿੰਮੇਵਾਰੀ ਕਿਹਨਾਂ ਦੀ ਸੀ। ਜੀ। ਦੂਸਰੀ ਗੱਲ ਕਹਿੰਦਾ ਮੈਨੂੰ ਜਾਂਚ ਕਮਿਸ਼ਨ ਕਹਿ ਰਿਹਾ ਕਿ ਇਸ ਬੰਦੇ ਨੂੰ ਚਾਹੀਦਾ ਸੀ ਵੀ ਇਹਦੀ ਗਲਤੀ ਹੈ ਵੀ ਇਸ ਦਾ ਪ੍ਰਧਾਨ ਸਾਹਿਬ ਜਾਂ ਮੈਂਬਰ ਸਾਹਿਬ ਕੋਲ ਚਲਾ ਜਾਂਦਾ। ਜੀ। ਗੁਰਮੁਖ ਸਿੰਘ ਕਿਉਂਕਿ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਹੈ, ਉਹ ਸ਼੍ਰੋਮਣੀ ਕਮੇਟੀ ਦੀ ਨਿਯਮਾਵਲੀ ਦਾ ਇੱਕ ਨੁਕਤਾ ਜਿਹੜਾ ਉਹ ਆਪਣੀ ਚਾਰਜ ਸ਼ੀਟ ਦੇ ਵਿੱਚ ਜਿਹੜਾ ਜਵਾਬ ਦਿੱਤਾ ਉਹ ਸਾਂਝਾ ਕਰ ਰਿਹਾ। ਜੀ। ਕਹਿੰਦਾ ਤੁਹਾਨੂੰ ਪਤਾ ਜੀ ਕਿ ਸਾਡੇ ਸਰਵਿਸ ਸਲਾਹ ਕੀ ਕਹਿੰਦੇ ਨੇ, ਜੀ ਕਿ ਸ਼੍ਰੋਮਣੀ ਕਮੇਟੀ ਦੇ ਸਰਵਿਸ ਸਲਾਹ ਕਹਿੰਦੇ ਨੇ ਕੋਈ ਵੀ ਮੁਲਾਜ਼ਮ ਆਪਣੇ ਸੀਨੀਅਰ ਅਧਿਕਾਰੀ ਨੂੰ ਬਾਈਪਾਸ ਕਰਕੇ ਸਿੱਧਾ ਪ੍ਰਧਾਨ ਕੋਲ ਨਹੀਂ ਜਾ ਸਕਦਾ। ਹਾਂ, ਤਾਂ ਫਿਰ ਉਹ ਕਿੱਦਾਂ ਚਲਾ ਜਾਂਦਾ? ਕਹਿੰਦਾ ਮੈਂ ਦੋਸ਼ੀ ਕਿੱਥੋਂ ਆ, ਜੀ। ਕਹਿੰਦਾ ਮੈਂ ਦੋਸ਼ੀ ਕਿੱਥੋਂ। ਦੂਸਰੀ ਗੱਲ ਉਹ ਸਭ ਤੋਂ ਅਹਿਮ ਨੁਕਤਾ ਇਹ ਉਠਾਇਆ ਕਿ ਕਹਿੰਦਾ ਜਦੋਂ
ਇਹ ਸਾਰਾ ਭਾਣਾ ਵਰਤਦਾ ਪਿਆ 328 ਸਰੂਪਾਂ ਦਾ। ਕਹਿੰਦਾ 267 61 ਕੁਛ ਜੋ ਕੁਛ ਤੁਸੀਂ ਕੀਤਾ ਮੈਨੂੰ ਨਹੀਂ ਪਤਾ। ਮੈਂ ਕਿਹਾ ਜੀ ਤੁਹਾਨੂੰ ਕਿਉਂ ਨਹੀਂ ਪਤਾ? ਕਹਿੰਦਾ ਸਾਰਾ ਮਸਲਾ 2015 ਤੋਂ ਸ਼ੁਰੂ ਹੋ ਕੇ 2018 ਤੱਕ ਆਉਂਦਾ, 328 ਸਰੂਪ ਬਣ ਜਾਂਦੇ ਨੇ, ਜਿਹੜੀ ਜਾਂਚ ਈਸ਼ਰ ਸਿੰਘ ਦੀ ਜਾਂਚ ਕਮਿਸ਼ਨ ਨੇ ਕੀਤੀ। ਕਹਿੰਦਾ ਪਰ ਮੇਰੀ ਨਿਯੁਕਤੀ ਜਿਹੜੀ ਆ ਪਬਲੀਕੇਸ਼ਨ ਵਿਭਾਗ ਦੇ ਵਿੱਚ ਬਤੌਰ ਸੁਪਰਵਾਈਜ਼ਰ ਉਹ 6 ਫਰਵਰੀ 2019 ਦੀ ਆ। ਬੜੀ ਅਹਿਮ ਗੱਲ ਹੈ ਜਿਹੜੀ ਹੁਣ ਦੱਸੀ ਹੈ ਇਹਨਾਂ ਨੇ ਕਿ 2015 ਦਾ ਮਾਮਲਾ ਹੈ ਔਰ ਜਿਸ ਤੇ ਜੁਰਮਾਨਾ ਲੱਗਿਆ ਹੈ ਉਹ 2019 ਦੇ ਵਿੱਚ ਸੁਪਰਵਾਈਜ਼ਰ ਬਣਦਾ ਹੈ। ਸੋ ਉਸ ਬੰਦੇ ਦੇ ਉੱਪਰ ਐਲੀਗੇਸ਼ਨ ਲੱਗ ਜਾਣੇ, ਉਸ ਨੂੰ ਜੁਰਮਾਨਾ ਲੱਗ ਜਾਣਾ, ਜਿਹੜਾ ਬੰਦਾ 2019 ਚ ਆ ਰਿਹਾ ਹੈ, ਇਹ ਕਿੰਨੀ ਕੁ ਵੱਡਾ ਜਿਹੜਾ ਹੈ ਘਪਲਾ ਜਿਹਨੂੰ ਦਿਖਾ ਰਿਹਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਉਹ ਕਹਿੰਦਾ ਕਿ ਜਦੋਂ ਮੈਂ ਆਇਆ ਮੇਰੇ ਤੋਂ ਪਹਿਲਾਂ ਇੱਕ ਅਸਿਸਟੈਂਟ ਅਕਾਊਂਟੈਂਟ ਜਿਹਦਾ ਨਾਂ ਜੁਝਾਰ ਸਿੰਘ ਹੈ, ਉਹਦੀ ਇੱਕ ਰਿਪੋਰਟ ਸਾਹਮਣੇ ਆ ਚੁੱਕੀ ਸੀ। ਬਕਾਇਦਾ ਤੈਅ ਹੋ ਚੁੱਕਾ ਸੀ ਕਿ ਦੋ ਸ਼ਖਸ ਕਵਲਜੀਤ ਸਿੰਘ ਤੇ ਬਾਜ ਸਿੰਘ ਇਹਨਾਂ ਨੇ ਬਕਾਇਦਾ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸੰਗਤਾਂ ਨੂੰ ਦੇ ਦਿੱਤੇ। ਮਾਇਆ ਆਪਣੇ ਕੋਲ ਰੱਖ ਲਈ, ਮਾਇਆ ਜਮ੍ਹਾਂ ਨਹੀਂ ਕਰਾਈ। ਇਹ ਦੋਸ਼ੀ ਨੇ। ਕਹਿੰਦਾ ਜਦੋਂ ਸਾਹਮਣੇ ਆ ਚੁੱਕਾ ਸੀ ਕਿ ਦੋਸ਼ੀ ਨੇ, ਉਹਨਾਂ ਦੋਸ਼ੀਆਂ ਨੂੰ ਸਜ਼ਾ ਦੇਣੀ। ਕਹਿੰਦਾ ਫਿਰ ਉਹਨੇ ਇੱਕ ਨਵੀਂ ਗੱਲ ਦੱਸੀ ਕਿ ਉਸ ਟਾਈਮ ਦੇ ਚੀਫ ਅਕਾਊਂਟੈਂਟ ਇੰਦਰਪਾਲ ਸਿੰਘ ਕਹਿੰਦਾ ਆਪਣੀ ਰਿਪੋਰਟ 'ਚ ਲਿਖਦੇ ਨੇ ਕਿ ਇਹ ਦੋਨੇ ਬੰਦੇ ਕਿਸੇ ਅਹੁਦੇ ਤੇ ਨਹੀਂ ਰਹਿਣੇ ਚਾਹੀਦੇ ਜ਼ਿੰਮੇਵਾਰੀ ਦੇ, ਜੀ ਇਹਨਾਂ ਨੂੰ ਪਿਛਾਂਹ ਕੀਤਾ ਜਾਏ। ਜੁਝਾਰ ਸਿੰਘ ਤੇ ਕਵਲਜੀਤ ਸਿੰਘ ਤੇ ਬਾਜ ਸਿੰਘ। ਠੀਕ ਜੁਝਾਰ ਸਿੰਘ ਲਿਖਦਾ ਆਪਣੀ ਰਿਪੋਰਟ 'ਚ, ਜੀ ਕਹਿੰਦਾ ਉਹਦੇ ਤੇ ਅਮਲ ਕਿਵੇਂ ਕਰਨਾ ਸੀ ਸੁਪਰਵਾਈਜ਼ਰ ਨੇ। ਜੀ ਉੱਪਰੋਂ ਹੁਕਮ ਆਉਣੇ ਸੀ, ਜੀ ਉਹਨਾਂ ਨੂੰ ਬਚਾਇਆ ਕਿਨ। ਜੀ ਕਹਿੰਦਾ ਤੀਸਰੀ ਅਹਿਮ ਗੱਲ ਕਿ ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਦਾ ਪੀਏ ਆ, ਉਹ ਓਵਰਆਲ ਸਾਰੇ ਹੀ ਮਹਿਕਮਿਆਂ ਦਾ ਮੁਖੀ ਮੰਨਿਆ ਜਾਂਦਾ। ਪ੍ਰਧਾਨ ਕੋਲ ਜਾਣ ਵਾਲੀ ਹਰ ਫਾਈਲ ਉਹਦੇ ਰਾਹੀਂ ਜਾਂਦੀ ਹੈ, ਉਹੀ ਫਲਾਈਂਗ ਸਕਾਡ ਦਾ ਇੰਚਾਰਜ ਹੁੰਦਾ। ਤੇ ਕਹਿੰਦਾ ਇਹ ਪੁੱਛ ਲਓ ਕਿ 2019 ਦੇ ਵਿੱਚ ਫਲਾਈਂਗ ਸਕਾਡ ਦਾ ਇੰਚਾਰਜ ਕੌਣ ਸੀ, ਫਿਰ ਸਕੱਤਰ ਇੰਚਾਰਜ ਕੌਣ ਸੀ? ਕਹਿੰਦਾ ਮੇਰੇ ਵੱਲ ਨਾ ਆਓ। ਇਹ ਬਸ ਠੰਡੇ ਬਸਤੇ 'ਚ ਪਿਆ ਹੋਇਆ ਮੁੱਦਾ ਸੀਗਾ 328 ਸਰੂਪਾਂ ਦਾ। ਇਸ ਨੂੰ ਉਠਾਇਆ ਹੀ ਨਹੀਂ ਗਿਆ ਪੂਰਾ ਸਾਲ। ਅਖੀਰ ਤੇ ਆ ਕੇ ਬੰਬ ਫਟ ਹੀ ਗਿਆ। ਆਉਂਦੇ ਸਾਲ ਦੇ ਵਿੱਚ ਕੀ ਭਾਣਾ ਵਰਤਣਾ ਉਹ ਤਾਂ ਦੇਖਿਆ ਜਾਣਾ ਹੈ, ਪਰ ਬੜਾ ਜ਼ੋਰ ਲੱਗਿਆ ਸੀਗਾ ਸਾਰਿਆਂ ਦਾ। ਪਰ ਹੁਣ ਆ ਕੇ ਕਿਉਂ? ਦੇਖੋ ਪਹਿਲੀ ਗੱਲ ਤੇ ਹੈ ਕਿ ਦੋ ਚੀਜ਼ਾਂ ਬਹੁਤ ਅਹਿਮ ਨੇ ਕਿ ਜਦੋਂ ਸੰਸਥਾਵਾਂ ਚੱਲਦੀਆਂ ਨੇ, ਬਹੁਤ ਜਗ੍ਹਾ ਦੇ ਉੱਤੇ ਜਿਹੜੇ ਪ੍ਰਧਾਨ ਨੇ ਉਹ ਆਪਣੀ ਤਾਕਤ ਜਿਹੜੀ ਆ ਵਰਤਦੇ ਨੇ। ਬੀਬੀ ਜਗੀਰ ਕੌਰ ਜਦੋਂ ਪ੍ਰਧਾਨਗੀ ਸੰਭਾਲਦੇ ਨੇ, ਉਸ ਤੋਂ ਪਹਿਲਾਂ 28 ਅਕਤੂਬਰ 2020 ਦਾ ਭਾਣਾ ਵਰਤਿਆ ਸੀ, ਜਿੱਥੇ ਪੰਥਕ ਜਥੇਬੰਦੀਆਂ ਜਿਹੜੀ ਸੀ ਉਹਨਾਂ ਦੀ ਮਾਰਕੁੱਟ ਹੋਈ। ਜੀ ਸ਼੍ਰੋਮਣੀ ਕਮੇਟੀ ਦਾ ਐਡੀਸ਼ਨਲ ਸਕੱਤਰ ਸੁਖਦੇਵ ਸਿੰਘ ਭੂਰਾ ਉਹ ਵੀ ਫੱਟੜ ਹੋਇਆ। ਜੀ ਪੁਲਿਸ ਕੇਸ ਦਰਜ ਹੋਇਆ, ਲੇਕਿਨ ਬਾਅਦ 'ਚ ਉਸ ਦੋਨਾਂ ਪੁਲਿਸ ਕੇਸਾਂ ਦੀ ਕੋਈ ਪੈਰਵਾਈ ਨਹੀਂ ਹੋਈ। ਬੀਬੀ ਜਗੀਰ ਕੌਰ ਨੇ ਆਉਂਦਿਆਂ ਸਾਰ ਸਭ ਤੋਂ ਪਹਿਲਾਂ ਜੋ ਕੰਮ ਕੀਤਾ, ਕਿਉਂਕਿ ਸਭ ਤੋਂ ਪਹਿਲਾਂ ਜਿਹੜਾ 27 ਅਗਸਤ 2020 ਦਾ ਫੈਸਲਾ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਦਾ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਉਹ ਫੈਸਲਾ ਇਹ ਸੀ ਕਿ ਇਹ ਜਿਹੜੇ ਉੱਪਰਲੇ 5 ਸ਼ਖਸ ਨੇ ਇਹਨਾਂ ਦੇ ਖਿਲਾਫ ਕਾਨੂੰਨੀ ਫੌਜਦਾਰੀ ਦਾ ਮੁਕੱਦਮਾ ਦਰਜ ਹੋਵੇ, ਜੀ ਕਾਨੂੰਨੀ ਫੌਜਦਾਰੀ ਦਾ। ਜੀ ਲੇਕਿਨ ਬਾਅਦ 'ਚ ਸ਼੍ਰੋਮਣੀ ਕਮੇਟੀ ਨੇ ਫੈਸਲਾ ਕੀਤਾ ਕਿ ਨਹੀਂ, ਅਸੀਂ ਕਾਨੂੰਨੀ ਪਰਚਾ ਨਹੀਂ ਦਰਜ ਕਰਾਉਣਾ। ਖਦਸ਼ਾ ਸੀ ਕਿ ਜੇ ਪਰਚਾ ਦਰਜ ਹੋ ਗਿਆ ਕਿਤੇ ਗੱਲ ਦੂਜੇ ਪਾਸੇ ਨਾ ਨਿਕਲ ਜਾਵੇ। ਜੀ ਖੁਲਾਸੇ ਹੋਰ ਹੋ ਸਕਦੇ। ਸਿੱਖ ਜਥੇਬੰਦੀਆਂ ਨੇ ਦਬਾਅ ਵੀ ਬਣਾਇਆ, ਜੀ ਲੇਕਿਨ ਅਚਨਚੇਤ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਹੇਠ ਇਹ ਫੈਸਲਾ ਲਿਆ ਗਿਆ ਕਿ ਅਸੀਂ ਸ਼੍ਰੋਮਣੀ ਕਮੇਟੀ ਜਿਹੜੀ ਸਮਰੱਥ ਹੈ, ਅਸੀਂ ਬਾਹਰ ਨਹੀਂ ਜਾਵਾਂਗੇ, ਜੀ ਅਸੀਂ ਆਪ ਹੀ ਮਸਲਾ ਹੱਲ ਕਰਾਂਗੇ ਸਾਰਾ। ਔਰ ਮਸਲਾ ਹੱਲ ਹੁੰਦਿਆਂ ਇੱਕ 48 ਸਬ ਕਮੇਟੀ ਬਣ ਗਈ, ਜਿਹਦੇ 'ਚ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ, ਭਗਵੰਤ ਸਿੰਘ ਸਿਆਲਕਾ, ਉਹਨਾਂ ਦੇ ਨਾਲ ਇੱਕ ਅਮਰੀਕ ਸਿੰਘ ਸ਼ਾਹਪੁਰ, ਇੱਕ ਸਾਬੂਟਾ ਸਿੰਘ ਗੁਰਥਰੀ ਔਰ ਇੱਕ ਸਤਵਿੰਦਰ ਸਿੰਘ ਟੌੜਾ ਮੈਂਬਰ ਵਜੋਂ ਲਏ ਗਏ। ਨਰਿੰਦਰਪਾਲ ਸਿੰਘ ਜੀ, ਸਬ ਕਮੇਟੀ ਦੇ ਨਾਮ ਜਿਵੇਂ ਆਪਾਂ ਬੀਤੇ ਦਿਨੀ ਵੀ ਲਏ, ਅੱਜ ਵੀ ਆਪਾਂ ਲੈ ਲਏ, ਪਰ ਇਸ ਸਬ ਕਮੇਟੀ ਨੇ 2019 ਵਾਲੇ ਬੰਦੇ ਨੂੰ ਜੁਰਮਾਨਾ ਲਾਤਾ, ਉਹ ਗੱਲ ਪਚਦੀ ਜੀ? ਗੱਲ ਤੇ ਫਿਰ ਉੱਥੇ ਆ ਗਈ ਜੀ ਕਿ ਆਖਰ ਉਸ ਸਬ ਕਮੇਟੀ ਦੇ ਜਿਹੜੇ ਮੈਂਬਰਾਨ ਨੇ, ਕੀ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੀ ਨਿਯਮਾਵਲੀ ਦਾ ਪਤਾ ਸੀ? ਜੀ ਜਿਹੜਾ ਉਹਨੇ ਸਪਸ਼ਟੀਕਰਨ ਦਿੱਤਾ, ਜੀ ਉਹ ਸਪਸ਼ਟੀਕਰਨ ਸ਼੍ਰੋਮਣੀ ਕਮੇਟੀ ਦੇ ਸਕੱਤਰਾਂ ਕੋਲ ਗਿਆ। ਇਹ ਫਰਜ਼ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਾਹਿਬਾਨ ਦਾ ਸੀ ਜੀ
ਕਿ ਇਹ ਸ਼ਖਸ ਇਸ ਮੁੱਦੇ ਤੇ ਦੋਸ਼ੀ ਨਹੀਂ ਜੇ, ਜੀ ਇਹਦੇ ਤੇ ਅਣਗਹਿਲੀ ਹੈ। ਜੀ। ਲੇਕਿਨ ਉਹ ਕਹਿੰਦਾ ਕਿ ਜਦੋਂ ਜੁਝਾਰ ਸਿੰਘ ਮੈਨੂੰ ਦੱਸਦਾ ਪਿਆ ਕਿ ਆਹ ਕੰਮ ਹੋਇਆ ਹੀ, ਤੇ ਕਹਿੰਦਾ ਅੱਧੀਆਂ ਜਾਂਚਾਂ ਤੇ ਮੈਂ ਕਰਵਾਈਆਂ, ਜੀ ਕਹਿੰਦਾ ਅੱਧੇ ਫੈਸਲੇ ਤੇ ਮੈਂ ਕਰਾਏ ਸ਼੍ਰੋਮਣੀ ਕਮੇਟੀ ਕੋਲੋਂ, ਫਿਰ ਮੈਂ ਦੋਸ਼ੀ ਕਿੱਥੋਂ ਆ ਗਿਆ। ਜੀ ਹੁਣ ਕਹਿੰਦਾ ਕਿ ਮੈਂ ਦੋਸ਼ੀ ਇਸ ਕਰਕੇ ਆ ਕਿ ਮੈਂ ਗੱਲ ਉਧਰ ਨੂੰ ਕਰ ਰਿਹਾ ਕਿ ਇਕੱਲਾ ਸਾਡਾ ਦੋਸ਼ ਨਹੀਂ ਹੈ, ਜਿਹੜੇ ਉੱਪਰ ਬੈਠੇ ਨੇ ਉਹ ਵੀ ਦੋਸ਼ੀ ਨੇ ਬਰਾਬਰ ਦੇ। ਨਰਿੰਦਰਪਾਲ ਸਿੰਘ ਜੀ 328 ਸਰੂਪਾਂ ਦੇ ਮਾਮਲੇ ਵਿੱਚ ਚਲੋ ਗਲਤ ਬੰਦੇ ਨੂੰ ਅਸੀਂ ਇੱਕ ਮੰਨ ਲੈਂਦੇ ਆ ਜਾਂ ਜੀ ਬਿਲਕੁਲ, ਜਾਂ ਇਸ ਨੂੰ ਜਿਹਨੂੰ ਜੁਰਮਾਨਾ ਲੱਗ ਗਿਆ, ਪਰ ਉਹਦੇ ਨਾਲ ਨਾਲ ਇੱਕ ਖਾਸ ਅਹਿਮ ਗੱਲ ਆ ਬੇਅਦਬੀਆਂ ਦਾ ਮੁੱਦਾ ਵੀ ਜੁੜਿਆ ਹੋਇਆ। ਜੇ 328 ਸਰੂਪਾਂ ਦੇ ਮਾਮਲੇ ਵਿੱਚ ਇਹ ਜੁਰਮਾਨਾ ਲਾ ਸਕਦੇ ਆ ਤਾਂ ਉਹ ਬੇਅਦਬੀਆਂ ਦੇ ਕੇਸਾਂ ਵਾਲੇ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਇਹਨਾਂ ਦੇ ਕੋਲੇ ਰਿਕਾਰਡ ਹੈਗਾ ਕਿ ਤੋਂ ਪਤਾ ਲੱਗ ਸਕਦਾ ਸਰੂਪ ਕਿੱਥੇ ਗਏ ਨੇ, ਕਿਉਂਕਿ ਉਸ ਤੋਂ ਬਾਅਦ ਲਗਾਤਾਰ ਬੇਅਦਬੀਆਂ ਦਾ ਸਿਲਸਿਲਾ ਚੱਲਿਆ ਸੀ। ਦੇਖੋ ਖਦਸ਼ਾ ਸਿੱਖ ਪੰਥ ਦੇ ਵਿੱਚ ਇਹੀ ਸੀਗਾ ਕਿ ਇਹੀ ਸਰੂਪ ਤਾਂ ਨਹੀਂ ਜਿਹੜੇ ਲਿਜਾ ਕੇ ਬੇਅਦਬੀਆਂ ਕੀਤੀ। ਬਿਲਕੁਲ, ਦੇਖੋ ਸਵਾਲ ਤੇ ਇੱਥੇ ਖੜਾ ਜਾਂਦਾ ਆ ਕੇ ਕਿ ਤਖਤ ਕੇਸਗੜ੍ਹ ਸਾਹਿਬ ਵਿਖੇ ਘਟਨਾ ਵਾਪਰਦੀ ਹੈ, ਪੁਲਿਸ ਨੂੰ ਕੇਸ ਦੇ ਦਿੱਤਾ ਜਾਂਦਾ, ਪੁਲਿਸ ਕਹਿੰਦੀ ਹੈ ਮਾਨਸਿਕ ਰੋਗੀ ਹੈ, ਜੀ ਤੁਹਾਡੇ ਕੋਲ ਕੇਸ ਹੁੰਦਾ, ਬੰਦਾ ਮਾਰਿਆ ਜਾਂਦਾ, ਜੀ ਲੋਕ ਤੁਹਾਡੇ ਤੇ ਉਂਗਲਾਂ ਚੁੱਕਦੇ ਨੇ, ਜੀ। ਲੇਕਿਨ ਤੁਸੀਂ ਸੰਗਤ ਦਾ ਨਾਂ ਲੈਂਦੇ ਵੀ ਸੰਗਤ ਨੇ ਉਹਨੂੰ ਮਾਰ ਦਿੱਤਾ, ਖਤਮ ਕਰ ਦਿੱਤਾ। ਲੇਕਿਨ ਸਵਾਲ ਇਹ ਆ ਕਿ ਤੁਸੀਂ ਘਟਨਾ ਨੂੰ ਅੱਗੇ ਰੋਕਣ ਲਈ ਕੀ ਪ੍ਰਬੰਧ ਕੀਤੇ ਨੇ। ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਪੜ੍ਹੋ ਜਿਹੜੇ 2015 ਤੋਂ ਬਾਅਦ ਦੇ ਨੇ ਜੀ ਕਿ ਗੁਰਦੁਆਰਿਆਂ ਦੀ ਸੁਰੱਖਿਆ ਦੇ ਲਈ ਆਹ ਪ੍ਰਬੰਧ ਕੀਤੇ ਜਾਣ, CCTV ਕੈਮਰੇ ਲਾਏ ਜਾਣ, ਸਭ ਕੁਝ ਲਾਇਆ ਜਾਏ। ਲੇਕਿਨ ਜਦੋਂ 328 ਸਰੂਪਾਂ ਦਾ ਮਾਮਲਾ ਸਾਹਮਣੇ ਆਉਂਦਾ ਜੀ ਤੇ ਬਕਾਇਦਾ ਜਾਂਚ ਕਮਿਸ਼ਨ ਈਸ਼ਰ ਸਿੰਘ ਵਾਲਾ ਲਿਖਦਾ ਕਿ ਉੱਥੇ ਤੇ CCTV ਕੈਮਰੇ ਹੀ ਨਹੀਂ ਸੀ ਹੈਗੇ। ਜੀ ਤੁਹਾਡੇ ਆਪਣੇ ਉਸ ਸੈਂਟਰ 'ਚ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ, ਗੁਰਬਾਣੀ ਦੇ ਗੁਟਕੇ, ਸੰਤਾਂ ਸੈਂਚੀਆਂ ਔਰ ਧਾਰਮਿਕ ਸਹਿ ਸ਼ਬਦਾਂ ਉੱਥੇ CCTV ਕਿਉਂ ਨਹੀਂ ਸੀ। ਜੀ ਇਹ ਸਵਾਲ ਉੱਠਦੇ ਨੇ, ਸਭ ਕੁਝ ਸਾਹਮਣੇ ਆਉਂਦਾ। ਲੇਕਿਨ ਹੁਣ ਕਾਰਨ ਹੈ ਕਿ ਆਪਣੇ ਆਪ ਨੂੰ ਦੋਸ਼ੀ ਕਿੱਦਾਂ ਮੰਨ ਲੈਣ। ਜੇ ਇਹੀ ਪੂਰੀ ਸੂਝ ਜੇ ਇੱਕ ਸੁਪਰਵਾਈਜ਼ਰ ਨੂੰ ਹੈ ਤੇ ਫਿਰ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਇਹ ਸੂਝ ਕਿਉਂ ਨਹੀਂ ਹੈ ਕਿ ਜਿਹੜਾ ਬੰਦਾ 2019 ਚ ਆ ਰਿਹਾ ਇਹਨੂੰ ਅਸੀਂ ਸਾਰਾ ਹੀ ਦੋਸ਼ੀ ਬਣਾ ਰਹੇ ਹਾਂ, ਇਹਨੂੰ ਅਸੀਂ ਸਾਰਾ ਦੋਸ਼ੀ ਬਣਾ ਰਹੇ ਹਾਂ। ਔਰ ਇਹ ਅਜੇ ਕਿ ਇਹਨਾਂ ਨੇ ਸ਼ੁਰੂਆਤ ਕੀਤੀ ਹੈ, ਲੇਕਿਨ ਸਮੇਂ ਦੀ ਚੋਣ ਜਿਹੜੀ ਆ ਕਈ ਵਾਰ ਕਹਿੰਦੇ ਗਲਤ ਹੋ ਜਾਂਦੀ ਹੈ। ਜਾਨੀ ਕਿ ਸਮਾਂ ਜਿਹੜਾ ਸੀਗਾ ਅਖੀਰਲਾ ਦਸੰਬਰ ਦੇ ਵਿੱਚ ਇੱਕ ਹੋਰ ਖਾਸ ਜਿਹੜੀ ਗੱਲ ਹੈ ਕਿ ਇੱਕ ਕੱਲ ਬੀਤੇ ਦਿਨੀ ਅਸੀਂ ਇਹ ਵੀ ਕਿਹਾ ਸੀਗਾ ਵੀ ਇਹ ਪੜਤਾਲੀਆ ਜਾਂਚ ਜਿਹੜੀ ਸੀਗੀ ਬੀਬੀ ਜਗੀਰ ਕੌਰ ਹੁਣਾਂ ਦੇ ਸਮੇਂ ਹੋਈ ਸੀਗੀ, ਪ੍ਰਧਾਨ ਉਹ ਸੀਗੇ। ਹੁਣ ਪ੍ਰਧਾਨ ਬਦਲੇ ਨੇ, ਮਹੀਨਾ ਹੋ ਗਿਆ, ਤਾਂ ਹੁਣ ਉਸੇ ਹੀ ਪੜਤਾਲ ਨੂੰ ਜਿਹੜਾ ਸੀਗਾ ਅੱਗੇ ਡਾਇਰੈਕਟਲੀ ਰੱਖ ਦਿੱਤਾ ਗਿਆ। ਇਹਦੇ ਵਿੱਚ ਦੁਬਾਰਾ ਜਾਂਚ ਕਰਨੀ ਬਣਦੀ ਸੀਗੀ, ਉਹ ਨਹੀਂ ਕੀਤੀ ਗਈ। ਇਹਦੇ ਤੇ ਵੀ ਸਵਾਲ ਹੁਣ ਖੜੇ ਹੋਣਗੇ। ਜਦੋਂ ਇਹ ਐਗਜ਼ੈਕਟਿਵ ਜਿਹੜੀ ਬੀਬੀ ਭਾਈ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਬਣੀ ਹੈ, ਉਹਦੀ ਪਹਿਲੀ ਮੀਟਿੰਗ ਦੇ ਵਿੱਚ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਨੇ ਇੱਕ ਨੁਕਤਾ ਉਠਾਇਆ ਕਿ ਆਹ ਜਿਹੜੀ ਪੜਤਾਲੀਆ ਰਿਪੋਰਟ ਲੈ ਕੇ ਆਏ ਹੋ ਇਹਦੇ 'ਚ 2 ਮੈਂਬਰਾਂ ਦੇ ਦਸਤਖਤ ਨਹੀਂ ਹੈਗੇ, ਨਾ ਅਮਰੀਕ ਸਿੰਘ ਸ਼ਾਹਪੁਰ ਦੇ, ਨਾ ਬਾਬਾ ਬੂਟਾ ਸਿੰਘ ਗੁਰਸਰੀ ਦਾ, ਲਿਆਓ। 5 ਮੈਂਬਰ ਸੀਗੇ ਤੇ 2 ਮੈਂਬਰਾਂ ਦੋਵਾਂ ਦੇ ਦਸਤਖਤ ਕਿਉਂ ਨਹੀਂ ਆ। ਫਿਰ ਉਹਨਾਂ ਨੇ ਇਹ ਵੀ ਦੱਸਤਾ, ਕਹਿੰਦੇ ਕਿ ਜਦੋਂ ਜਨਰਲ ਅਜਲਾਸ ਚੱਲ ਰਿਹਾ ਸੀ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਫਾਈਲ ਲੈ ਕੇ ਫਿਰਦੇ ਕਿ ਬਾਬਾ ਜੀ ਦਸਤਖਤ ਕਰ ਦਿਓ। ਬਾਬਾ ਜੀ ਕਹਿੰਦੇ ਵੀ ਮੈਂ ਦਸਤਖਤ ਨਹੀਂ ਕਰ ਰਿਹਾ। ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਦੇ ਵਿੱਚ ਬਕਾਇਦਾ ਸਵਾਲ ਉਠਾਇਆ ਗਿਆ ਔਰ ਉਸ ਵੇਲੇ ਬਾਬਾ ਬੂਟਾ ਸਿੰਘ ਗੁਰਸਰੀ ਦੇ ਬਕੌਲ ਇਹ ਆ ਕਿ ਸ਼੍ਰੋਮਣੀ ਕਮੇਟੀ ਨੇ ਐਗਜ਼ੈਕਟਿਵ ਨੇ ਵਾਅਦਾ ਕੀਤਾ ਕਿ ਇਹ ਮਾਮਲਾ ਪੈਂਡਿੰਗ ਹੈ। ਜੇ ਉਹ ਮਾਮਲਾ ਪੈਂਡਿੰਗ ਸੀ ਤੇ ਫਿਰ ਉਹਨੂੰ ਇਸ ਮੌਕੇ ਉਭਾਰਨ ਦਾ ਕੀ ਨੁਕਤਾ ਸੀ, ਕਿਉਂਕਿ ਇਹ ਇਕੱਲਾ ਗੁਰਮੁਖ ਸਿੰਘ ਦਾ ਮਸਲਾ ਨਹੀਂ ਹੈ, ਇਹਦੇ ਮਗਰ ਬਹੁਤ ਲੋਕ ਨੇ। ਨਿਸ਼ਾਨ ਸਿੰਘ ਹੈ, ਜੁਝਾਰ ਸਿੰਘ ਹੈ, ਕਾਫੀ ਲੋਕ ਨੇ, ਮਗਰ ਕੋਈ ਇੱਕ ਨਹੀਂ ਹੈ। ਗੁਰਬਚਨ ਸਿੰਘ ਹੈ, ਕਿਉਂਕਿ 6 ਆਦਮੀ ਤੇ ਡਿਸਮਿਸ ਨੇ ਨੌਕਰੀਆਂ ਤੋਂ, ਜਿਹੜੇ ਉਡੀਕ ਰਹੇ ਨੇ। 5 ਜਿਹੜੇ ਨੇ ਉਹ ਹੈਗੇ ਨੇ ਮੁਅੱਤਲਸ਼ੁਦਾ ਨੇ। ਸਿਰਫ 3 ਲੋਕ ਐਸੇ ਨੇ, 3 ਮੁਲਾਜ਼ਮ ਐਸੇ ਨੇ ਜਿਹੜੇ ਕਿਤੇ ਨਹੀਂ ਗਏ, ਕਿਸੇ ਹਾਈ ਕੋਰਟ 'ਚ ਨਹੀਂ ਗਏ, ਜਿਨ੍ਹਾਂ 'ਚ ਇੱਕ ਸਾਬਕਾ ਸਕੱਤਰ ਮਨਜੀਤ ਸਿੰਘ, ਇੱਕ ਸਾਬਕਾ ਇੰਚਾਰਜ ਪਰਮਦੀਪ ਸਿੰਘ ਬਿੱਲਾ ਤੇ ਇੱਕ ਸਾਬਕਾ ਮੀਤ ਸਕੱਤਰ ਸਤਿੰਦਰ ਸਿੰਘ ਬਿੱਲੂ ਜਿਹਨੂੰ ਕਹਿੰਦੇ ਨੇ। ਇਹ 3 ਲੋਕ ਕਿਸੇ ਅਦਾਲਤ 'ਚ ਨਹੀਂ ਗਏ, ਲੇਕਿਨ ਇਹਨਾਂ ਦੀ ਜਾਂਚ ਵੀ ਨਾਲ ਹੀ ਹੋਈ ਸੀ। ਇਹ ਵੀ ਜਾਂਚ ਉਸੇ ਪੜਤਾਲੀਆ ਕਮੇਟੀ ਦੇ ਸਾਹਮਣੇ ਪੇਸ਼ ਹੋਏ ਨੇ, ਲੇਕਿਨ ਇਹਨਾਂ 3 ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ। ਫਿਰ ਇੱਕ ਮਾਮਲੇ 'ਚ ਲੈਣਾ, ਜਾਂ ਤਾਂ ਸਾਰਾ ਹੀ ਨਿਬੇੜ ਦਿਓ ਇੱਕ ਵਾਰੀ, ਜਾਂ ਤਾਂ ਸਾਰੇ ਜਿਹੜੇ ਜਾਂਚ ਕਮੇਟੀ ਪੜਤਾਲੀਆ ਕਮੇਟੀ ਸਾਰਿਆਂ ਦਾ ਮਾਮਲਾ ਨਿਬੇੜ ਦਿਓ, ਬਾਹਰ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਹਾਂ ਤੁਸੀਂ ਫੈਸਲਾ ਕੀਤਾ। ਲੇਕਿਨ ਹੁਣ ਜਿੱਥੋਂ ਤੱਕ ਗੱਲ ਦੂਸਰੇ ਪਾਸੇ ਹੈ
ਕਿ ਮੌਸਮ ਦਾ ਹਾਲਤ ਵੇਖ ਲੈਂਦੇ ਆਉਣ ਵਾਲੇ। ਬਿਲਕੁਲ, ਜਦੋਂ ਸ਼੍ਰੋਮਣੀ ਕਮੇਟੀ ਦੇ ਆਪਣੇ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ 2 ਜਨਵਰੀ ਨੂੰ ਇੱਕ ਪੰਥਕ ਰੋਸ ਹੋਏਗਾ, ਸਮਾਗਮ ਹੋਏਗਾ, ਉਸ ਵੇਲੇ ਲੋਕ ਪੁੱਛ ਲੈਣਗੇ। ਔਰ ਇੱਕ ਗੱਲ ਹੋਰ ਤੁਹਾਨੂੰ ਦੱਸਦਾ ਕਿ ਜਿਹੜਾ ਗੁਰਮੁਖ ਸਿੰਘ ਹੈ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸ਼ਹਿਰੀ ਇਕਾਈ ਦਾ ਮੀਤ ਪ੍ਰਧਾਨ ਆ ਉਹਨਾਂ ਦੇ ਕਾਗਜ਼ਾਂ ਦੇ ਵਿੱਚ। ਜਾਣੀ ਕਿ ਬਹੁਤ ਖੁਲਾਸੇ ਅਜੇ ਹੋਣੇ ਨੇ ਔਰ 2 ਤਰੀਕ ਨੂੰ ਬਹੁਤ ਸਾਰੇ ਸਵਾਲ ਜਿਹੜੇ ਉਹ ਹੋਰ ਅੱਗੇ ਆਉਣੇ ਨੇ। ਇਹ 2 ਤਰੀਕ ਨੂੰ ਸਵਾਲ ਨਹੀਂ ਆਉਣੇ, ਇਹ ਸਵਾਲ ਜਿਹੜੇ ਤੁਰ ਪੈਣੇ ਨੇ ਜੀ। ਅਜੇ ਤੇ ਸਿਰਫ ਇੱਕ ਬੰਦਾ ਦਸਤਾਵੇਜ਼ ਲੈ ਕੇ ਸਾਹਮਣੇ ਆਇਆ ਜੀ। ਜਿਹੜੇ ਉੱਤੇ ਦੋਸ਼ ਲੱਗੇ ਸੀ, ਜਿਹੜੇ ਬਾਕੀਆਂ ਨੂੰ 4 ਸੀਟਾਂ ਮਿਲੀਆਂ ਉਹ ਵੀ ਸਾਹਮਣੇ ਆ ਰਹੇ ਨੇ। ਜਾਣੀ ਕਿ ਆਉਣ ਵਾਲਾ ਸਾਲ ਜਿਹੜਾ ਆ ਬਹੁਤ ਕੁਝ ਬਦਲ ਕੇ ਬਹੁਤ ਕੁਝ ਨਵਾਂ ਲੈ ਕੇ ਚੜ੍ਹੇਗਾ ਔਰ ਪੁਰਾਣੀਆਂ ਫਾਈਲਾਂ ਫਿਰ ਅਗਲੇ ਸਾਲ ਦੇ ਵਿੱਚ ਨਿਕਲ ਜਾਣਗੀਆਂ। ਜਿਹੜਾ ਕਹਿ ਲਓ ਕਿ ਕਸ਼ੀਦਗੀ ਆ, ਜੀ। ਕਸ਼ੀਦਗੀ ਤੇ ਪਚੀਦਗੀ ਜਿਹੜੀ ਆ ਵਧੇਗੀ, ਕਿਉਂਕਿ ਜਿਹੜਾ ਕੰਮ ਪੰਥਕ ਜਥੇਬੰਦੀਆਂ ਨਾ ਕਰ ਸਕੀਆਂ, ਕਿਸੇ ਕਟਹਿਰੇ 'ਚ ਨਾ ਖੜਾ ਕਰ ਸਕੀਆਂ ਸ਼੍ਰੋਮਣੀ ਕਮੇਟੀ ਨੂੰ, ਹੁਣ ਉਹਦੇ ਆਪਣੇ ਮੁਲਾਜ਼ਮ ਹੀ ਉਹਨੂੰ ਕਟਹਿਰੇ 'ਚ ਖੜਾ ਕਰਨਗੇ। ਬਾਹਰੋਂ ਕਿਸੇ ਦੀ ਲੋੜ ਨਹੀਂ ਪੈਣੀ। ਜਿਹਨੂੰ ਕਹਿੰਦੇ ਨਾ ਬਈ ਘਰ ਦਾ ਭੇਤੀ ਲੰਕਾ ਢਾਏ, ਇਹ ਖਾਨ ਹੁਣ ਸਿੱਧ ਹੋਏਗਾ। ਸੋ ਨਰਿੰਦਰਪਾਲ ਸਿੰਘ ਜੀ ਹੁਣਾਂ ਨੇ ਇਸ ਮਾਮਲੇ 328 ਸਰੂਪ ਦੇ ਮਾਮਲੇ ਵਿੱਚ ਗਹਿਰੀ ਜਿਹੜੀ ਪਕੜ ਸੀ ਉਹਦੇ ਹਿਸਾਬ ਨਾਲ ਦੱਸਿਆ, ਕਿਉਂਕਿ ਇਸ ਮਾਮਲੇ ਦੇ ਉੱਪਰ ਸਿੱਖ ਪੰਥ ਦੀ, ਸਿੱਖ ਜਿਹੜੇ ਦਰਦੀ ਨੇ ਉਹਨਾਂ ਦੀ ਬੜੇ ਚਿਰ ਤੋਂ ਅੱਖ ਸੀਗੀ, ਨਿਗਾਹ ਸੀਗੀ ਕਿ ਇਸ ਮਾਮਲੇ ਨੂੰ ਸੁਲਝਾਇਆ ਜਾਵੇ, ਕਿਉਂਕਿ ਬੇਅਦਬੀਆਂ ਦੇ ਮਾਮਲੇ ਲਗਾਤਾਰ 2015 ਤੋਂ 16 ਤੋਂ ਚੱਲਦੇ ਆ ਰਹੇ ਨੇ ਔਰ ਜਦੋਂ 328 ਸਰੂਪਾਂ ਦੀ ਗੱਲ ਹੁੰਦੀ ਹੈ, ਜਦੋਂ ਵੀ ਕਿਤੇ ਇਹਨਾਂ ਬਾਰੇ ਪੁੱਛਿਆ ਜਾਂਦਾ ਤਾਂ ਐਸਜੀਪੀਸੀ ਹਮੇਸ਼ਾ ਜਿਹੜੀ ਸੀਗੀ ਉਹ ਚੁੱਪ ਵੱਟੀ ਰੱਖੀ। ਇੱਥੇ ਬਹੁਤ ਵੱਡੇ ਧਰਨੇ ਵੀ ਲਗਾਏ ਨੇ ਔਰ ਧਰਨੇ ਉਠਾ ਵੀ ਦਿੱਤੇ ਗਏ ਔਰ ਅੱਜ ਇੱਕਦਮ ਜਦੋਂ ਹੁਣ ਐਸਜੀਪੀਸੀ ਨੇ ਇੱਕ ਫੈਸਲਾ ਲਿਆਇਆ, ਇੱਕ ਮੁਲਾਜ਼ਮ ਸੀਗੇ ਉਹਨਾਂ ਨੂੰ 5 ਲੱਖ ਰੁਪਇਆ ਜੁਰਮਾਨਾ ਕਰ ਦਿੱਤਾ, ਤਾਂ ਉਸ ਤੋਂ ਬਾਅਦ ਬਹੁਤ ਸਾਰੇ ਸਵਾਲ ਖੜੇ ਹੋ ਗਏ ਨੇ ਕਿ ਕਿਸ ਬਿਹਾਫ ਤੇ ਇਹ ਜੁਰਮਾਨਾ ਹੋਇਆ ਹੈ, ਕਿਉਂਕਿ ਅਜੇ ਕੇਸ ਵੀ ਜਿਹੜਾ ਆ ਹਰਿਆਣਾ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੈ।